ਨ੍ਰਿਤਯ ਇੱਕ ਅਜਿਹੀ ਕਲਾ ਜਿਸ ਨਾਲ ਤੁਸੀਂ ਆਪਣੇ ਮਨ ਦੇ ਭਾਵਾਂ ਨੂੰ ਮੁਦਰਾਵਾਂ ਰਾਹੀਂ ਪ੍ਰਗਟ ਕਰ ਸਕਦੇ ਹੋ। ਭਾਰਤਨਾਟਿਅਮ ਇੱਕ ਅਜਿਹਾ ਨਾਚ ਹੈ ਜੋ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਰੂਹ ਨੂੰ ਰੱਬ ਨਾਲ ਮਿਲਾਉਣ ਦਾ ਕੰਮ ਕਰਦਾ ਹੈ। ਇਹ ਨਾਚ ਭਾਰਤ ਦੇ ਕਈ ਸੂਬਿਆਂ ਵਿੱਚ ਬੜਾ ਪ੍ਰਚਲਿਤ ਹੈ। ਇਸ ਨਾਚ ਵਿੱਚ ਮਹਾਰਤ ਹਾਸਲ ਕਰਨ ਵਾਲੀ ਪਠਾਨਕੋਟ ਦੀ ਇੱਕ ਨ੍ਰਿਤਿਆਂਗਨਾ ਸਮ੍ਰਿਤੀ ਸ਼ਰਮਾ, ਜਿਸ ਨੇ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ, ਉਸਨੇ ਦੁਨੀਆ ਦੀ ਸੋਚ ਨਾਲ ਲੜ ਕੇ ਆਪਣੇ ਆਪ ਨੂੰ ਕਾਮਯਾਬੀ ਦੇ ਮੁਕਾਮ ਤੇ ਪਹੁੰਚਾਇਆ ਹੈ। ਤਿੰਨ ਸਾਲ ਦੀ ਉਮਰ ਤੋਂ ਇਸ ਨਾਚ ਨੂੰ ਸਿੱਖਣ ਵਾਲੀ ਸਮ੍ਰਿਤੀ ਸ਼ਰਮਾ ਅੱਜ ਗੁਰੂ ਸਮ੍ਰਿਤੀ ਸ਼ਰਮਾ ਦੇ ਨਾਂ ਤੋਂ ਜਾਣੀ ਜਾਂਦੀ ਹੈ। ਧੀਆਂ ਤੇ ਧੀਆਂ ਧੀਆਂ ਦਾ ਕੀ ਹੈ, ਕੁੜੀਆਂ ਤੇ ਚਿੜੀਆਂ ਚਿੜੀਆਂ ਦਾ ਕੀ ਹੈ। ਅੱਜ 21ਵੀਂ ਸਦੀ ਵਿੱਚ ਵੀ ਧੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਤੇ ਨਾਲ ਨਾਲ ਜੇ ਬਚ ਵੀ ਜਾਵੇ ਤੇ ਉਸ ਨੂੰ ਘਰ ਦੀ ਪਾਬੰਦੀਆਂ ਵਿੱਚ ਬੰਨ੍ਹ ਲਿਆ ਜਾਂਦਾ ਹੈ। ਉੱਥੇ ਹੀ ਅੱਜ ਪਠਾਨਕੋਟ ਦੀ ਇੱਕ ਧੀ, ਜਿਨੇ ਨਾ ਕੇਵਲ ਆਪਣੇ ਪਰਿਵਾਰ ਦਾ ਬਲਕਿ ਪੂਰੇ ਦੇਸ਼ ਦਾ ਨਾਮ ਪੂਰੇ ਵਿਸ਼ਵ ਵਿੱਚ ਰੌਸ਼ਨ ਕੀਤਾ ਹੈ। ਆਓ ਅੱਜ ਮਿਲਦੇ ਹਾਂ ਮਿਸ ਸਮ੍ਰਿਤੀ ਸ਼ਰਮਾ ਨੂੰ, ਜੋ ਕਿ ਬਚਪਨ ਤੋਂ ਹੀ ਮਾਡਲਿੰਗ, ਐਕਟਿੰਗ ਤੇ ਫਾਈਨਲੀ ਡਾਂਸ ਵਿੱਚ ਜਿਨ੍ਹਾਂ ਨੇ ਆਪਣਾ ਕਰੀਅਰ ਬਣਾਇਆ ਹੈ। ਵੈਲਕਮ ਮਿਸ ਸਮ੍ਰਿਤੀ। ਪਹਿਲੇ ਤਾਂ ਤੁਹਾਡਾ KRT ਨਿਊਜ਼ ਵਿੱਚ ਹਾਰਦਿਕ ਸਵਾਗਤ ਹੈ। ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਤੁਹਾਨੂੰ ਇਹ ਐਕਟਿੰਗ, ਮਾਡਲਿੰਗ ਛੱਡ ਕੇ ਇੱਕ ਡਾਂਸਰ ਦੀ ਤਰ੍ਹਾਂ ਇੱਕ ਡਾਂਸ ਫਾਰਮ ਨੂੰ ਅੱਗੇ ਲੈ ਕੇ ਜਾਣਾ ਹੈ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗੀ KRT ਟੀਮ ਦੀ ਕਿ ਉਹ ਸਾਡੇ ਕੋਲ ਆਏ ਤੇ ਉਹ ਜਾਣਨਾ ਚਾਹੁੰਦੇ ਨੇ ਕਿ ਇੱਕ ਕਲਾਸੀਕਲ ਪਰਫਾਰਮਰ ਕੀ ਸੋਚਦੀ ਹੈ, ਕੀ ਜਾਣਦੀ ਹੈ ਡਾਂਸ ਬਾਰੇ, ਕਿ ਮੈਨੂੰ ਮੌਕਾ ਮਿਲਿਆ। ਕਲਾਸੀਕਲ ਡਾਂਸ ਮੈਂ ਫਾਈਨਲੀ ਕਿਉਂ ਚੁਣਿਆ ਸਭ ਕੁਝ ਕਰਨ ਤੋਂ ਬਾਅਦ? ਕਹਿੰਦੇ ਆ, ਜੇ ਤੁਸੀਂ ਆਪਣੇ ਆਪ ਨੂੰ ਕਿਸੇ ਆਰਟ ਨੂੰ ਸੌਂਪ ਦਿਓ, ਉਸੇ ਵੇਲੇ ਹੀ ਤੁਸੀਂ ਆਪਣੇ ਆਪ ਨੂੰ ਜਾਣ ਜਾਂਦੇ। ਬਹੁਤ ਸਾਰੀ ਚੀਜ਼ਾਂ ਨੂੰ ਕਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਹੈ ਕਿ ਸਭ ਤੋਂ ਬੈਸਟ ਅਤੇ ਸਭ ਤੋਂ ਡੈਪਥ ਵਾਲੀ ਚੀਜ਼ ਕਿਹੜੀ ਹੈ, ਜਿਸ ਤੋਂ ਤੁਹਾਨੂੰ ਨੌਲੇਜ ਮਿਲਦੀ ਹੈ। ਮੈਂ ਤਕਰੀਬਨ 45 ਤਰੀਕੇ ਦੇ ਅਲੱਗ-ਅਲੱਗ ਡਾਂਸ ਫਾਰਮ ਸਿੱਖੇ ਆ। ਫੋਕ, ਕਲਾਸੀਕਲ, ਵੈਸਟਰਨ। ਕਲਾਸੀਕਲ 'ਚ ਵੀ ਮੈਂ ਭਰਤਨਾਟਿਅਮ ਸਿੱਖਿਆ, ਕਥਕ ਕੀਤਾ, ਕੁਚੀਪੁੜੀ ਤੋਂ ਮੈਂ ਸਟਾਰਟਿੰਗ ਕੀਤੀ ਆਪਣੀ ਜ਼ਿੰਦਗੀ ਦੀ ਲਰਨਿੰਗ ਦੀ। ਪਰ ਕਲਾਸੀਕਲ 'ਚ ਜੋ ਰਸ ਹੈ, ਜੋ ਡੈਪਥ ਹੈ, ਜੋ ਮੂਵਮੈਂਟਸ ਦੀ ਜਾਣਕਾਰੀ ਹੈ, ਇਟਸ ਟੋਟਲੀ ਲਾਈਕ ਸਾਇੰਸ ਐਂਡ ਆਰਟ ਦਾ ਇੱਕ ਇਹੋ ਜਿਹਾ ਫਿਊਜ਼ਨ ਹੈ ਜਿਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹਦੀ ਕਿਤਾਬ ਹੈਗੀ ਹੈ ਇੱਕ ਭਰਤ ਮੁਨੀ ਦੁਆਰਾ ਰਚਿਤ ਨਾਟਯ ਸ਼ਾਸਤਰ, ਜਿਹਨੂੰ ਕਾਫੀ ਸਾਰੇ ਕਲਾਕਾਰ ਜਾਣਦੇ ਆ। ਜੇ ਆਪਾਂ ਉਹਨੂੰ ਪੜ੍ਹੀਏ, ਉਹਦਾ ਅਧਿਐਨ ਕਰੀਏ, ਤਾਂ ਉਹਨੂੰ 5ਵਾਂ ਵੇਦ ਕਿਹਾ ਜਾਂਦਾ ਹੈ। ਨਾ ਕੇਵਲ 4 ਵੇਦ, ਪਰੰਤੂ ਚੌਥਾ ਵੇਦ, ਜਿਹਨੂੰ ਹਰ ਕਾਸਟ, ਹਰ ਫੀਲਡ ਦਾ ਬੰਦਾ ਜਿਹਨੂੰ ਪੜ੍ਹ ਸਕਦਾ ਹੈ, ਜਿਹਦਾ ਅਭਿਆਸ ਕਰ ਸਕਦਾ ਹੈ,
ਉਹਦੇ 'ਚ ਡਾਂਸ ਬਾਰੇ ਸਾਡੇ ਸਰੀਰ ਬਾਰੇ ਕਿ ਕਿੰਨੇ ਤਰੀਕੇ ਦੇ ਅੰਗ ਹੁੰਦੇ ਆ, ਮਤਲਬ ਮੇਨ ਬੋਡੀ ਪਾਰਟਸ ਐਂਡ ਦੈਨ ਸਬ ਬੋਡੀ ਪਾਰਟਸ ਐਂਡ ਦੈਨ ਲਿਪਸ ਮੂਵਮੈਂਟ। ਸਿਰਫ ਇੱਕ ਅੱਖਾਂ ਨੂੰ ਹਿਲਾਉਣ ਦੇ 15 ਤਰੀਕੇ ਨੇ। ਹੋਂਠ ਕਿੱਦਾਂ ਮੂਵ ਕਰਦੇ, ਕਿੰਨੇ ਤਰੀਕੇ ਨਾਲ ਕਰਦੇ ਆ, ਸਾਡੇ ਚਿਕਸ ਕਿੱਦਾਂ ਮੂਵ ਕਰਦੇ ਆ, ਸਾਡੀ ਚਿੰਨ ਕਿੱਦਾਂ ਮੂਵ ਕਰਦੀ ਹੈ। ਇਹ ਬਹੁਤ ਟੈਕਨੀਕਲ ਚੀਜ਼ਾਂ ਨੇ ਜਿਹਨੂੰ ਲੋਕ ਨਹੀਂ ਜਾਣਦੇ, ਅਤੇ ਮੈਨੂੰ ਪੜ੍ਹ ਕੇ ਬਹੁਤ ਮਜ਼ਾ ਆਇਆ ਕਿ ਡਾਂਸ ਨੂੰ ਜੋ ਲੋਕ ਸਿਰਫ ਐਂਟਰਟੇਨਮੈਂਟ ਸਮਝਦੇ ਹੈ, ਉਹ ਸਿਰਫ ਐਂਟਰਟੇਨਮੈਂਟ ਨਹੀਂ ਹੈ, ਉਹ ਸਾਡੀ ਸੱਭਿਅਤਾ ਦਾ, ਸਾਡੀ ਡਿਵੋਸ਼ਨ ਦਾ, ਸਾਡੀ ਪ੍ਰੇਅਰ ਦਾ, ਉਹ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਜਿੱਦਾਂ ਹੁਣੇ ਵਰਲਡ ਯੋਗਾ ਡੇ ਗਿਆ ਹੈ, ਵਰਲਡ ਇੰਟਰਨੈਸ਼ਨਲ ਯੋਗਾ ਡੇ, ਸਾਰੇ ਮੈਡੀਟੇਸ਼ਨ ਕਰਦੇ ਆ, ਸਾਰੇ ਯੋਗਾ ਆਸਨ ਕਰਦੇ ਆ, ਪਰ ਯੋਗਾ 4 ਤਰੀਕੇ ਦਾ ਹੁੰਦਾ ਹੈ। ਦੂਜਾ ਜਿਹੜਾ ਉਹਦਾ ਅੰਗ ਹੈ ਉਹ ਹੈ ਭਗਤੀ ਯੋਗ। ਭਗਤੀ ਯੋਗ ਦਾ ਬਹੁਤ ਇੰਪੋਰਟੈਂਟ ਜਿਹੜਾ ਪਾਰਟ ਹੈ ਉਹ ਹੈ ਡਾਂਸ ਅਤੇ ਮਿਊਜ਼ਿਕ। ਅਸੀਂ ਡਾਂਸ ਨੂੰ ਕੁਛ ਵੀ ਨਹੀਂ ਸਮਝਦੇ, ਬਟ ਸਿੰਸ ਬਿਗਨਿੰਗ ਪਤੰਜਲੀ ਜਿਹੜਾ ਯੋਗ ਸ਼ਾਸਤਰ ਹੈਗਾ ਉਹਦੇ 'ਚ ਵੀ ਇਹਦੀ ਬਹੁਤ ਡਿਟੇਲ ਦਿੱਤੀ ਗਈ ਹੈ। ਜੇ ਤੁਸੀਂ ਮੰਦਰਾਂ 'ਚ ਜਾਓਗੇ ਤਾਂ ਈਚ ਐਂਡ ਐਵਰੀ ਮੰਦਰ ਦੇ ਹੈਵ ਅ ਸਕਲਪਚਰਸ ਜਿਹਦੇ 'ਚ 108 ਤਰੀਕੇ ਦੇ ਕਰਨ ਕੀਤੇ ਗਏ ਆ। ਇਹ ਸਾਰੀ ਨੌਲੇਜ ਮੈਨੂੰ ਪੜ੍ਹਨਾ ਬਹੁਤ ਵਧੀਆ ਲੱਗਿਆ। ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਕੀਤਾ ਅਤੇ ਮੈਨੂੰ ਲੱਗਿਆ ਕਿ ਜਿਹੜੀ ਚੀਜ਼ਾਂ ਮੈਂ ਪੜ੍ਹੀਆਂ ਮੈਨੂੰ ਬਹੁਤ ਅਮੇਜ਼ਿੰਗ ਲੱਗੀਆਂ। ਸਾਨੂੰ ਬੀਇੰਗ ਇੰਡੀਅਨ ਸਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਸਾਰੀ ਚੀਜ਼ਾਂ ਲੋਕਾਂ ਤੱਕ ਪਹੁੰਚਣ, ਉਹਨਾਂ ਨੂੰ ਵੀ ਇਹ ਸਿੱਖਣ ਦਾ ਮੌਕਾ ਮਿਲੇ, ਇਸ ਕਰਕੇ ਮੈਂ ਇਸ ਪ੍ਰੋਫੈਸ਼ਨ 'ਚ ਆਈ। ਸੋ ਮੈਮ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੇ ਮਾਤਾ ਪਿਤਾ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ, ਬਟ ਫਿਰ ਵੀ ਕਈ ਵਾਰੀ ਕੀ ਹੁੰਦਾ ਨਾ ਕਿ ਫੈਮਿਲੀ ਵਿੱਚ ਕੁਛ ਟੌਂਟ ਕੱਸਣ ਵਾਲੇ, ਨਹੀਂ ਪੁੱਤਰ ਜੀ ਤੁਸੀਂ ਇਸ ਫੀਲਡ ਵਿੱਚ ਨਹੀਂ ਜਾ ਸਕਦੇ। ਕਿਆ ਤੁਸੀਂ ਇਹ ਕਦੀ ਚੀਜ਼ ਟੋਲਰੇਟ ਕੀਤੀ ਹੈ ਜਾਂ ਫੇਸ ਕੀਤੀ ਹੈ? ਪੰਜਾਬੀ 'ਚ ਕਹਿੰਦੇ ਨੇ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਆ, ਅਤੇ ਤੁਸੀਂ ਕੁਛ ਨਹੀਂ ਕਰ ਸਕਦੇ। ਬਟ ਮੈਨੂੰ ਜਿਹੜੀ ਸਪੋਰਟ ਮੇਰੀ ਬੈਕਬੋਨ ਹੈਗੀ ਹੈ ਮੇਰੇ ਪੇਰੈਂਟਸ, ਮੇਰੇ ਮੋਮ ਡੈਡ ਨੇ ਕਿਹਾ ਜੋ ਮਰਜ਼ੀ ਕੋਈ ਕਹਿੰਦਾ ਪੁੱਤਰ ਤੂੰ ਸਿੱਖਣਾ ਹੈ। ਅਤੇ ਇੱਕ ਚੀਜ਼ ਉਹਨਾਂ ਦੀ ਰਹੀ ਕਿ ਜੋ ਵੀ ਤੂੰ ਕਰ ਰਹੀ ਹੈ ਇਟ ਸ਼ੁੱਡ ਬੀ ਬੈਸਟ, ਆਪਣੀ ਪਰਫੈਕਸ਼ਨ ਤੱਕ ਕਰੋ, ਕਿਉਂਕਿ ਲੋਕਾਂ ਦਾ ਕੰਮ ਹੈ ਬੋਲਣਾ, ਉਹਨਾਂ ਨੇ ਬੋਲਣਾ ਹੀ ਹੈ, ਕਿਉਂਕਿ ਉਹਨਾਂ ਦੀ ਸੋਚ ਹੀ ਉਨੀ ਕੁ ਹੈ, ਉਹਨਾਂ ਦੀ ਜਾਣਕਾਰੀ ਉਨੀ ਹੈ, ਉਹਨਾਂ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ। ਠੀਕ ਹੈ, ਜ਼ਰੂਰੀ ਹੈ ਕਿ ਅਸੀਂ ਜਿਹੜੀ ਚੀਜ਼ ਜਾਣਦੇ ਹਾਂ, ਜਿਹਨੂੰ ਮਹਿਸੂਸ ਕਰਨੇ ਆ, ਉਸ ਲੈਵਲ 'ਤੇ ਲੋਕਾਂ ਨੂੰ ਦੱਸੀਏ। ਅਤੇ ਜਿਹੜੀ ਵੀ ਮੇਰੀ ਟਰੋਫੀਜ਼ ਨੇ ਇਹ ਸਭ ਲੋਕ ਕਹਿੰਦੇ ਕਿ ਮੇਰੀ ਸਕਸੈਸ ਹੈਗੀ ਹੈ, ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ ਜੋ ਹੈਗੀ ਹੈ ਨਾ, ਇਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਜਾਂਦੀ ਹੈ ਜਿਹੜੇ ਕਹਿੰਦੇ ਇਹ ਕੁੜੀ ਇਹ ਕੁਛ ਨਹੀਂ ਕਰ ਸਕਦੀ। ਠੀਕ ਹੈ, ਬੀਇੰਗ ਅ ਬ੍ਰਾਹਮਣ ਕੁੜੀ ਨੱਚਦੀ ਹੈ ਜਾ ਕੇ ਬਾਹਰ। ਠੀਕ ਹੈ, ਸਾਡੇ ਖਾਨਦਾਨ 'ਚ ਮਤਲਬ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਸਕਦੇ ਹੈ, ਇਸ ਤਰ੍ਹਾਂ ਦੀ ਚੀਜ਼ਾਂ, ਮਤਲਬ ਪਹਿਲਾ ਕ੍ਰੈਡਿਟ ਉਹਨਾਂ ਨੂੰ, ਬਿਕੋਜ਼ ਦੇ ਸੈਡ ਯੂ ਕਾਂਟ ਡੂ ਇਟ ਤੇ ਆਈ ਸ਼ੁੱਡ ਡੈਫੀਨੇਟਲੀ ਡੂ ਇਟ। ਐਂਡ ਦੈਨ ਮਾਈ ਪੇਰੈਂਟਸ, ਕਿਉਂਕਿ ਜੇ ਮੈਂ 3 ਘੰਟੇ ਰਿਆਜ਼ ਕਰਨੀ ਆ ਅਤੇ ਉਹ ਮੈਨੂੰ 3 ਘੰਟੇ ਦੇਖਦੇ ਆ, ਮੈਨੂੰ ਮੋਟੀਵੇਟ ਕਰਦੇ ਆ, ਹਰ ਗਲਤੀ 'ਤੇ ਮੈਨੂੰ ਸਮਝਾਉਂਦੇ ਨੇ ਇਹਨੂੰ ਔਰ ਵਧੀਆ ਕੀਤਾ ਜਾ ਸਕਦਾ ਹੈ। ਅਤੇ ਦੂਜਾ ਉਹਨਾਂ ਨੂੰ ਜਾਂਦਾ ਹੈ। ਥਰਡ ਜਾਂਦਾ ਹੈ ਜੋ ਮੇਰੇ ਗੁਰੂ ਹੈ। ਠੀਕ ਹੈ, ਉਹਨਾਂ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ। ਬਚਪਨ ਤੋਂ ਮੈਂ ਸਿੱਖ ਰਹੀ ਹਾਂ, ਬਹੁਤ ਸਾਰੇ ਟੀਚਰਸ ਤੋਂ ਸਿੱਖਿਆ, ਹਰ ਕਿਸੇ ਨੇ ਬਹੁਤ ਸਾਰੀ ਵਧੀਆ ਚੀਜ਼ਾਂ ਸਿਖਾਈਆਂ, ਪੇਸ਼ੈਂਸ ਦਿੱਤਾ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਲਗੇ ਰਹੋ, ਪ੍ਰੈਕਟਿਸ ਕਰਦੇ ਰਹੋ ਆਪਣੀ। ਅਤੇ ਦੈਨ ਫੋਰਥ, ਐਵਰੀ ਮਿਸਟੇਕ ਆਈ ਹੈਵ ਡਨ ਡਿਊਰਿੰਗ ਦ ਪ੍ਰੈਕਟਿਸ। ਇਹ 4 ਚੀਜ਼ਾਂ ਬਹੁਤ ਇੰਪੋਰਟੈਂਟ ਨੇ ਹਰ ਟਰੋਫੀ ਦੇ ਪਿੱਛੇ। ਮਤਲਬ ਜੇ ਅੱਜ ਤੱਕ 1000-2000 ਟਰੋਫੀਆਂ ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਹਦੇ ਪਿੱਛੇ ਕਿੰਨੀ ਮਿਹਨਤ ਹੈ ਮੇਰੇ ਟੀਚਰਸ ਦੀ, ਮੇਰੇ ਪੇਰੈਂਟਸ ਦੀ, ਅਤੇ ਉਹਨਾਂ ਦਾ ਪੇਸ਼ੈਂਸ ਹੈਗਾ। ਬਿਲਕੁਲ ਸਹੀ ਤੁਸੀਂ ਕਿਹਾ, ਜਿਵੇਂ ਕਿ ਲੋਕਾਂ ਦਾ ਕੀ ਹੈ, ਲੋਕਾਂ ਨੇ ਤਾਂ ਬੋਲਣਾ ਹੀ ਬੋਲਣਾ ਹੈ, ਲੋਕਾਂ ਦਾ ਕੰਮ ਹੁੰਦਾ ਹੈ ਬੋਲਣਾ। ਮੈਂ ਜਾਣਨਾ ਚਾਹਾਂਗੀ ਇੱਕ ਚੀਜ਼ ਕਿ ਤੁਸੀਂ ਥਰਡ ਆਈ ਕਲਚਰ ਸਕੂਲ ਖੋਲ੍ਹਿਆ 2004 ਵਿੱਚ। ਤੁਹਾਨੂੰ 2004 ਤੋਂ ਲੈ ਕੇ ਅੱਜ ਤੱਕ ਕੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ, ਕੀ ਟੋਲਰੇਟ ਕਰਨਾ ਪਿਆ, ਸਕਸੈਸ, ਸਾਰਾ ਕੁਛ? ਐਕਚੁਅਲੀ 2004 'ਚ ਆਪਾਂ ਇੰਸਟੀਟਿਊਟ ਓਪਨ ਕੀਤਾ ਸੀਗਾ। ਜ਼ਿਆਦਾ ਜਿਹੜੀ ਕਾਮਨ ਡੀਲਿੰਗ ਹੈ ਮੇਰੇ ਫਾਦਰ ਸਾਹਿਬ ਦੀ ਹੈ, ਉਹ ਇਹਨੂੰ ਰਨ ਕਰ ਰਹੇ। ਮੈਂ ਬੇਸਿਕਲੀ ਐਜ਼ ਅ ਫੈਸਿਲੀਟੇਟਰ ਇੱਥੇ ਕੰਮ ਕਰਦੀ ਹਾਂ। ਮਤਲਬ ਮੈਂ ਆਪਣੇ ਆਰਟ ਨੂੰ ਸ਼ੇਅਰ ਕਰਦੀ ਹਾਂ
ਪੇਰੈਂਟਸ ਨਾਲ ਤੇ ਸਟੂਡੈਂਟਸ ਨਾਲ। ਬਾਕੀ ਕਮਿਊਨੀਕੇਸ਼ਨ ਜ਼ਿਆਦਾ ਮੇਰੇ ਫਾਦਰ ਸਾਹਿਬ ਦੀ ਰਹਿੰਦੀ ਹੈ, ਮੇਰੇ ਮਦਰ ਦੀ ਰਹਿੰਦੀ ਹੈ, ਉਹ ਡੀਲ ਕਰਦੇ ਆ। ਪਰ ਜਿਹੜੀ ਚੀਜ਼ ਮੈਨੂੰ ਪ੍ਰੋਬਲਮ ਥੋੜ੍ਹੀ ਜਿਹੀ ਆਉਂਦੀ ਹੈ ਉਹ ਹੈ ਕਿ ਪੰਜਾਬ ਦੇ ਜਿਹੜੇ ਲੋਕ ਆ ਜਾਂ ਨਾਰਥਰਨ ਇੰਡੀਆ ਤੋਂ ਜਿਹੜੇ ਵੀ ਇਲਾਕੇ ਤੋਂ ਲੋਕ ਆਉਂਦੇ ਆ, ਉਹ ਪਹਿਲਾਂ ਤੋਂ ਹੀ ਸੋਚ ਕੇ ਆਉਂਦੇ ਆ ਬਹੁਤ ਕੁਛ। ਅਸ਼ਟਵਕਰ ਦੀ ਕਿਤਾਬ ਪੜ੍ਹੀ ਹੈ। ਅਸ਼ਟਵਕਰ ਸੀਤਾ ਜੀ ਦੇ ਜਿਹੜੇ ਫਾਦਰ ਸੀਗੇ, ਠੀਕ ਹੈ, ਉਹਨਾਂ ਦੇ ਸ਼ਿਸ਼ਯ ਸੀਗੇ, ਠੀਕ ਹੈ, ਜਨਕ ਜੀ। ਉਹਨਾਂ ਦੇ ਗੁਰੂ ਨੇ ਕਿਤਾਬ ਲਿਖੀ ਹੈ, ਉਹਦੇ 'ਚ ਕਿਹਾ ਹੈ ਕਿ ਗਿਆਨ ਪਾਉਣ ਵਾਸਤੇ ਸਾਨੂੰ ਟਾਈਮ ਨਹੀਂ ਲੱਗਦਾ। ਉਸ ਤਰ੍ਹਾਂ ਹੀ ਮੈਂ ਕਹਿਣਾ ਚਾਹਾਂਗੀ ਕਿ ਡਾਂਸ ਆਉਣ ਨੂੰ ਟਾਈਮ ਨਹੀਂ ਲੱਗਦਾ, ਬਟ ਉਹਨੂੰ ਜੀਣ 'ਚ ਟਾਈਮ ਲੱਗਦਾ। ਜੀਣਾ ਪੈਂਦਾ ਕਿਸੇ ਚੀਜ਼ ਨੂੰ। ਤੁਸੀਂ ਬਸ ਸਟੈਪ ਆ ਗਿਆ, ਇੱਕ ਵਾਰੀ ਕਰ ਲਿਆ ਤੇ ਆ ਹੀ ਜਾਏਗਾ, ਇੱਕ ਵਾਰੀ ਨਹੀਂ 4 ਵਾਰੀ 'ਚ ਆ ਜਾਏਗਾ ਚਲੋ, ਪਰ ਉਹਨੂੰ ਜੀਣ ਵਾਸਤੇ ਨਾ ਤੁਹਾਨੂੰ 1000 ਵਾਰ ਉਹਨੂੰ ਕਰਨਾ ਪੈਂਦਾ। ਮਤਲਬ ਤੁਸੀਂ ਸੁੱਤੇ ਪਏ ਹੋ ਤਾਂ ਵੀ ਤੁਹਾਡਾ ਡਾਂਸ ਦਿਖਣਾ ਚਾਹੀਦਾ, ਤੁਸੀਂ ਕੰਮ ਕਰ ਰਹੇ ਹੋ ਤਾਂ ਵੀ ਤੁਹਾਡਾ ਡਾਂਸ ਦਿਖਣਾ ਚਾਹੀਦਾ, ਤੁਹਾਡੇ ਦਿਮਾਗ 'ਚ ਚੱਲਣਾ ਚਾਹੀਦਾ। ਉਹਨੂੰ ਕਹਿੰਦੇ ਜੀਣਾ। ਉਹ ਥੋੜ੍ਹਾ ਇੱਥੋਂ ਦੇ ਲੋਕ ਹਾਲੇ ਘੱਟ ਸਮਝਦੇ ਆ। ਸਾਡੀ ਕੋਸ਼ਿਸ਼ ਹੈਗੀ ਹੈ ਕਿ ਉਹ ਉਹਨੂੰ ਹੋਰ ਸਮਝਣ। ਪਰ ਇੰਨੇ ਸਾਲਾਂ ਦੀ ਜਰਨੀ 'ਚ ਮੈਨੂੰ ਕਈ ਬਹੁਤ ਹੀ ਪਿਆਰੇ ਸਟੂਡੈਂਟਸ ਮਿਲੇ ਆ ਜਿਨ੍ਹਾਂ ਨੇ ਬਹੁਤ ਕੁਝ ਸਿੱਖਿਆ। ਕਾਫੀ ਸਾਰੇ ਸਕੂਲਸ 'ਚ ਵਰਕ ਕਰ ਰਹੇ ਨੇ ਐਜ਼ ਅ ਡਾਂਸ ਟੀਚਰ। ਆਈ ਐਮ ਵੈਰੀ ਪ੍ਰਾਊਡ ਆਫ ਦੈਟ ਥਿੰਗ, ਕਿਉਂਕਿ ਇੱਕ ਟੀਚਰ ਵਾਸਤੇ ਤਾਂ ਇਹੀ ਅਚੀਵਮੈਂਟ ਹੁੰਦੀ ਹੈ। ਮੇਰੀ ਇੱਕ ਸਟੂਡੈਂਟ ਹੈ ਸਵਾਤੀ, ਸ਼ੀ ਹੈਜ਼ ਬੀਨ ਡੂਇੰਗ ਗ੍ਰੈਜੂਏਸ਼ਨ ਇਨ ਡਾਂਸ ਅਤੇ ਉਹਨੇ ਲਗਾਤਾਰ 3 ਸਾਲ ਯੂਥ ਫੈਸਟੀਵਲ 'ਚ ਟੌਪ ਕੀਤਾ, ਆਪਣੇ ਸਬਜੈਕਟ 'ਚ ਟੌਪ ਕਰ ਰਹੀ ਹੈ। ਆਉਣੇ ਵਾਲੇ ਸਮੇਂ 'ਚ ਤੁਸੀਂ ਉਹਨੂੰ ਦੇਖੋਗੇ ਹੋਰ ਇੰਟਰਨੈਸ਼ਨਲ ਪਲੈਟਫਾਰਮਸ 'ਤੇ, ਨੈਸ਼ਨਲ ਪਲੈਟਫਾਰਮਸ 'ਤੇ। ਪਾਰੁਲ ਮੈਮ ਹੈਗੇ ਆ, ਉਹਨਾਂ ਨੇ ਉਮਰ 'ਚ ਕਾਫੀ ਵੱਡੇ, ਉਹਨਾਂ ਨੇ ਕਾਫੀ ਲੇਟ ਸ਼ੁਰੂ ਕੀਤਾ ਡਾਂਸ, ਬਟ ਉਹ ਇੰਨੇ ਲੋ ਲੈਵਲ 'ਤੇ ਜਾ ਕੇ ਸਿੱਖਦਾ ਜਿੱਦਾਂ ਬਿਲਕੁਲ ਇੱਕ ਛੋਟਾ ਬੱਚਾ ਹੁੰਦਾ ਨਾ ਕਿ ਹਾਂ ਮੈਨੂੰ ਸਿੱਖਣ ਦਾ ਚਾਅ ਹੈ। ਇਸ ਕਰਕੇ ਉਹਨਾਂ ਨੇ ਥੋੜ੍ਹੇ ਹੀ ਸਮੇਂ 'ਚ ਆਪਣੀ ਵਿਸ਼ਾਰਦ ਭਰਤਨਾਟਿਅਮ 'ਚ ਕੰਪਲੀਟ ਕਰ ਲਈ। ਉਹਨਾਂ ਨੇ ਕੱਥਕ ਸਿੱਖਿਆ ਅਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਸਟੇਜਸ 'ਤੇ ਉਹਨਾਂ ਨੇ ਪਰਫੋਰਮ ਕੀਤਾ, ਬਹੁਤ ਸਾਰੀ ਟਰੋਫੀਜ਼ ਲੈ ਕੇ ਆਏ। ਇੱਕ ਮੁੰਡਾ ਹੈ ਮੇਰਾ ਸਟੂਡੈਂਟ ਮ੍ਰਿਗਾਂਕ, ਉਹਨੇ ਵੈਸਟਰਨ ਫਾਰਮ ਕੀਤਾ। ਹੀ ਇਜ਼ ਦ ਓਨਲੀ ਵਨ ਇਨ ਨਾਰਥਰਨ ਇੰਡੀਆ ਜਿਹੜਾ ਏਰੀਅਲ ਸਿਲਕ ਪਰਫੋਰਮ ਕਰਦਾ। ਮਤਲਬ ਇੱਕ ਸਿਲਕ ਦੇ ਕਲੋਥ ਦੇ ਉੱਪਰ ਬਹੁਤ ਸਾਰੇ ਮੂਵਮੈਂਟਸ ਹੁੰਦੇ ਜਿੱਦਾਂ ਭਰਤਨਾਟਿਅਮ 'ਚ ਹੁੰਦੇ ਆ, ਉਹ ਕਰਦਾ ਹੈ। ਹਿਪ ਹੌਪ ਕਰਦਾ ਹੈ, ਕੰਟੈਂਪਰਰੀ ਫਾਰਮ ਕਰਦਾ ਹੈ। ਦੈਨ ਹੀ ਸਟਾਰਟਡ ਕੱਥਕ। ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਜਿੱਦਾਂ ਮੈਂ ਕਿਹਾ, ਅਤੇ ਬਟ ਵੈਨ ਹੀ ਪਰਫੋਰਮਡ, ਇੱਕ ਉਹਨਾਂ ਨੇ ਐਕਸਪੀਰੀਅੰਸ ਮੇਰੇ ਨਾਲ ਸ਼ੇਅਰ ਕੀਤਾ, ਮੈਂ ਦੱਸਣਾ ਚਾਹਾਂਗੀ ਕੈਮਰੇ ਉੱਤੇ, ਕਿ ਉਹਨਾਂ ਨੇ ਇੱਕ ਸ਼ਹਿਰ ਦੇ ਬਹੁਤ ਮੰਨੇ ਹੋਏ ਕੰਪੀਟੀਸ਼ਨ 'ਚ ਪਰਫੋਰਮ ਕੀਤਾ। ਇਨੀਸ਼ੀਅਲੀ ਵੈਨ ਹੀ ਵਾਜ਼ ਸਟੈਂਡਿੰਗ ਇਨ ਦ ਗ੍ਰੀਨ ਰੂਮ, ਅਤੇ ਲੋਕਾਂ ਨੇ ਕਮੈਂਟ ਕੀਤਾ ਕੁੜੀ ਕੁੜੀ ਕੁੜੀ, ਹੈ ਨਾ, ਜਿੱਦਾਂ ਲੋਕਾਂ ਨੂੰ ਆਦਤ ਹੁੰਦੀ ਹੈ। ਬਟ ਵੈਨ ਹੀ ਪਰਫੋਰਮਡ ਔਰ ਵਿਦਿਨ 1 minute ਓਨਲੀ, ਬਿਕੋਜ਼ ਇਟ ਵਾਜ਼ ਅ ਵੈਰੀ ਸ਼ਾਰਟ ਪਰਫੋਰਮੈਂਸ, ਅਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਲੋਕੀ ਕਿਉਂਕਿ ਉਹਨਾਂ ਨੇ ਸ਼ਿਵ ਪ੍ਰਭੂ ਦਾ ਤਾਂਡਵ ਕੀਤਾ ਸੀਗਾ, ਅਤੇ ਲੋਕੀ ਭੰਮ ਭੰਮ ਬੋਲੇ, ਸ਼ਿਵ ਜੀ ਦੇ ਨਾਅਰੇ ਲਗਾਉਣ ਲੱਗ ਪਏ। ਲੋਕਾਂ ਨੇ ਉਹਨੂੰ ਇੰਨਾ ਐਪਰੀਸ਼ੀਏਟ ਕੀਤਾ। ਕਈਆਂ ਦੇ ਮੈਨੂੰ ਫੋਨ ਆਏ ਕਿ ਤੁਹਾਡਾ ਮੁੰਡਾ ਛਾ ਗਿਆ, ਉਹਨੇ ਬਹੁਤ ਵਧੀਆ ਕੀਤਾ, ਮਤਲਬ ਸਾਨੂੰ ਬਹੁਤ ਅਮੇਜ਼ਿੰਗ ਲੱਗਿਆ। ਕੱਥਕ ਇੱਕ ਫੈਮੀਨਾਈਨ ਡਾਂਸ ਫਾਰਮ ਇੱਥੇ ਮੰਨਿਆ ਜਾਂਦਾ ਹੈ, ਬਟ ਬੀਇੰਗ ਅ ਬॉय ਹੀ ਡਿਡ ਇਟ ਵੈਰੀ ਨਾਈਸਲੀ। ਡਾਂਸ ਇਜ਼ ਡਾਂਸ, ਡੋਂਟ ਕਲਾਸੀਫਾਈ ਇਟ ਐਜ਼ ਅ ਮੇਲ ਹੈ, ਇਹ ਫੀਮੇਲ ਹੈ, ਇੱਦਾਂ ਕਿੱਦਾਂ ਕਰ ਸਕਦੇ ਹਾਂ ਆਪਾਂ। ਵੈਰੀ ਟਰੂ। ਮੈਮ, ਤੁਸੀਂ ਇੱਕ ਹੋਰ ਗੱਲ ਮੇਰੇ ਦਿਮਾਗ ਵਿੱਚ ਆਈ ਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਕਿਹੜੇ ਡਾਂਸ ਫਾਰਮ ਵਿੱਚ ਮਹਾਰਤ ਹਾਸਿਲ ਕਰੀ ਹੋਈ ਹੈ। ਮਹਾਰਤ ਬਹੁਤ ਵੱਡਾ ਸ਼ਬਦ ਹੈ, ਇੱਦਾਂ ਨਹੀਂ ਕਹਿ ਸਕਦੀ ਕਿ ਮਹਾਰਤ ਹਾਸਿਲ ਕੀ ਹੋਈ ਹੈ, ਕਿਉਂਕਿ ਹਾਲੇ ਵੀ ਮੈਂ ਬਹੁਤ ਕੁਝ ਲਰਨ ਕਰ ਰਹੀ ਹਾਂ। ਬਹੁਤ ਕੁਝ ਸਿੱਖਣਾ ਬਾਕੀ ਹੈ, ਥੋੜ੍ਹਾ ਬਹੁਤ ਕੁਝ ਸਿੱਖ ਲਿਆ, ਕਿਉਂਕਿ ਇਕੱਲੇ ਪੰਜਾਬ 'ਚ ਹੀ 48 ਤਰੀਕੇ ਦੇ ਲੋਕ ਨਾਚ ਹੁੰਦੇ ਨੇ, ਅਤੇ ਮੇਰੇ ਜਲਦੀ ਰਿਸਰਚ ਪੇਪਰ ਆਉਣ ਵਾਲੇ ਹੈ ਲੋਕ ਨਾਚਾਂ ਦੇ ਉੱਤੇ, ਨਾ ਕੇਵਲ ਪੰਜਾਬ ਦੇ ਬਟ ਬਾਕੀ ਕਈ ਸਟੇਟਾਂ ਦੇ। ਅਤੇ ਸਾਡੇ ਇੰਡੀਆ 'ਚ ਤਕਰੀਬਨ ਜਿੰਨੀ ਕੁ ਲਿਸਟ ਮੇਰੇ ਕੋਲ ਹੈ 3800 ਤੋਂ ਉੱਪਰ ਲੋਕ ਨਾਚ ਹੈਗੇ ਆ। ਕਲਾਸੀਕਲ ਡਾਂਸ ਹੀ ਇਕੱਲੇ 9 ਹੈਗੇ ਆ ਜਿਹੜੇ ਅਲੱਗ-ਅਲੱਗ ਸਟੇਟਸ ਤੋਂ ਬਿਲੋਂਗ ਕਰਦੇ ਆ। ਫਿਰ ਟਰਾਈਬਲ ਫਾਰਮਸ ਦਾ ਬਹੁਤ ਹੀ ਵੇਰੀਏਸ਼ਨਸ ਹੈ, ਜਿਨ੍ਹਾਂ ਨੂੰ ਪੜ੍ਹਨਾ, ਜਿਨ੍ਹਾਂ ਨੂੰ ਜਾਣਨਾ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਅਤੇ ਮੈਂ ਤਕਰੀਬਨ ਜਿਨ੍ਹਾਂ ਦੀ ਸਿੱਖਿਆ ਲਿੱਤੀ ਹੈ ਉਹ ਡਾਂਸ ਫਾਰਮ 55 ਦੇ ਕਰੀਬ ਹੈਗੇ ਆ ਜਿਹੜੇ ਮੈਂ ਸਿੱਖੇ ਹੈ, ਜਿਨ੍ਹਾਂ ਦੀ ਨੌਲੇਜ ਮੈਂ ਲੈ ਰਹੀ ਹਾਂ। ਬਾਕੀ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ 3800 ਤੋਂ ਵੀ ਜ਼ਿਆਦਾ ਹੈਗੇ ਹੈ, ਅਤੇ ਮੈਂ ਹਾਲੇ ਵੀ ਪੜ੍ਹ ਰਹੀ ਹਾਂ। ਮੈਂ ਕੱਲ੍ਹ ਹੀ ਇੱਕ ਡਾਂਸ ਫਾਰਮ ਬਾਰੇ ਪੜ੍ਹ ਰਹੀ ਸੀਗੀ ਜਿਹਦੇ ਬਾਰੇ ਤੁਸੀਂ ਜਲਦੀ ਦੇਖੋਗੇ ਆਰਟੀਕਲ। ਇੱਕ ਡਾਂਸ ਫਾਰਮ ਹੈ ਜਿਹੜਾ ਨਾਰਥਰਨ ਇੰਡੀਆ 'ਚ ਕੀਤਾ ਜਾਂਦਾ ਹੈ, ਬੜਾ ਪਿਕੂਲਰ ਜਿਹਾ ਹੈਗਾ, ਮੈਂ ਕਿਹਾ ਵੱਖ ਜਿਹਾ, ਕਿਉਂਕਿ ਉਹਦੇ ਪ੍ਰੋਪਸ ਬਹੁਤ ਡਿਫਰੈਂਟ ਨੇ। ਲਗਭਗ ਤੁਹਾਨੂੰ ਵੇਖਣ 'ਚ ਗਰਬੇ ਵਰਗਾ ਲੱਗਦਾ ਹੈ,
ਪਰ ਉਹ ਹਿੰਦੁਸਤਾਨ ਦੀ ਬਹੁਤ ਸਾਰੀ ਸਟੇਟਾਂ 'ਚ ਕੀਤਾ ਜਾਂਦਾ ਹੈ ਤੇ ਜਲਦੀ ਤੁਸੀਂ ਉਹਦੇ ਬਾਰੇ ਹੋਰ ਡਿਟੇਲਸ ਪੜ੍ਹੋਗੇ। ਮੈਮ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਿਪ ਹੌਪ, ਫੋਕ ਡਾਂਸ ਐਂਡ ਕਲਾਸੀਕਲ ਡਾਂਸ, ਤੁਸੀਂ ਇਹਨਾਂ ਸਾਰੇ ਡਾਂਸਿਸ ਨੂੰ, ਫੋਕ ਡਾਂਸ ਨੂੰ ਔਰ ਹਿਪ ਹੌਪ ਨੂੰ, ਵੈਸਟਰਨ ਡਾਂਸ ਨੂੰ ਔਰ ਕਲਾਸੀਕਲ ਡਾਂਸ ਨੂੰ ਕਿਸ ਤਰ੍ਹਾਂ ਬੈਲੈਂਸ ਕਰੋਗੇ, ਕਿਸ ਤਰ੍ਹਾਂ ਜਸਟੀਫਾਈ ਕਰਨਾ ਚਾਹੋਗੇ? ਐਕਚੁਅਲੀ ਮੈਂ ਕਹਾਂਗੀ ਕਿ ਜਿੱਦਾਂ ਆਪਾਂ ਡਾਂਸ ਸਿੱਖਦੇ ਹਾਂ, ਠੀਕ ਹੈ, ਜਾਂ ਆਪਾਂ ਕੋਈ ਡਰੈਸ ਪਾਉਂਦੇ ਹਾਂ, ਠੀਕ ਹੈ, ਅਤੇ ਅੱਜ ਮੈਂ ਡਿਸਾਈਡ ਕੀਤਾ ਕਿ ਮੈਂ ਇੱਕ ਇੰਡੀਅਨ ਅਟਾਇਰ ਪਾਵਾਂਗੀ। ਜਦੋਂ ਆਪਾਂ ਖਾਣਾ ਖਾਂਦੇ ਹਾਂ ਅਤੇ ਆਪਾਂ ਕਹਿੰਦੇ ਹਾਂ ਅੱਜ ਆਪਾਂ ਪੰਜਾਬੀ ਖਾਣਾ ਖਾਵਾਂਗੇ, ਅੱਜ ਅਸੀਂ ਇਟਾਲੀਅਨ ਪੀਜ਼ਾ ਖਾਵਾਂਗੇ। ਤੁਸੀਂ ਇੱਦਾਂ ਤਾਂ ਨਹੀਂ ਕਰਦੇ ਕਿ ਪੀਜ਼ਾ ਦੇ ਉੱਤੇ ਸਾਗ ਰੱਖ ਕੇ ਖਾ ਲੈਂਦੇ ਹੋ? ਨਹੀਂ ਕਰਦੇ ਨਾ। ਲੋਕ ਅੱਜ ਕੱਲ੍ਹ ਦੇ ਜਿਹੜੇ ਹੈਗੇ ਨਾ, ਫਿਊਜ਼ਨ ਕਰਨੀ ਚਾਹੀਦੀ। ਮੈਂ ਵੀ ਫਿਊਜ਼ਨ ਕੀਤੀ ਹੈ, ਕਈ ਵਾਰੀ ਕੀਤੀ, ਪਰ ਤੁਸੀਂ ਫਿਊਜ਼ਨ ਉਸ ਹੱਦ ਤੱਕ ਕਰੋ ਕਿ ਉਹ ਨਿਖਰ ਕੇ ਆਏ। ਤੁਸੀਂ ਬਲੂ ਅਤੇ ਰੈੱਡ ਨੂੰ ਮਿਲਾ ਦੋਗੇ ਅਤੇ ਇੱਕ ਕਲਰ ਬਣ ਜਾਏਗਾ, ਬਟ ਤੁਸੀਂ ਉਹਦੇ 'ਚ 4 ਕਲਰ ਹੋਰ ਪਾ ਦੋਗੇ, ਫਿਰ ਉਹਨੂੰ ਮਿਲਾਈ ਜਾਓਗੇ, ਉਹ ਕੀ ਹੋਏਗਾ? ਕਾਲਾ ਹੋ ਜਾਏਗਾ, ਕਿਸੇ ਦੀ ਅੱਖਾਂ ਨੂੰ ਨਹੀਂ ਫੱਬੇਗਾ। ਅਤੇ ਅੱਜ ਕੱਲ੍ਹ ਜਿੱਦਾਂ ਮੈਂ ਆਪਣੇ ਸਟੂਡੈਂਟਸ ਨੂੰ ਕਰਵਾਉਂਦੀ ਹਾਂ, ਮੇਰੀ ਇੱਕ ਸਟੂਡੈਂਟ ਹੈ ਸ਼ਾਇਨੀ, ਉਹ ਬਹੁਤ ਛੋਟੀ ਉਮਰ ਤੋਂ ਮੇਰੇ ਕੋਲ ਆ ਰਹੀ ਹੈ। ਉਹਨੇ ਸਭ ਤੋਂ ਪਹਿਲਾਂ ਬਾਲੀਵੁੱਡ ਤੋਂ ਸ਼ੁਰੂਆਤ ਕੀਤੀ। ਮੇਰੀ ਆਦਤ ਹੈ ਕਿ ਮੈਂ ਇੱਦਾਂ ਹੀ ਸਿਖਾਉਂਦੀ ਹਾਂ ਬੱਚਿਆਂ ਨੂੰ ਕਿ ਸਭ ਤੋਂ ਪਹਿਲਾਂ ਬਾਲੀਵੁੱਡ ਸਿੱਖੋ, ਆਸਾਨ ਹੈ, ਸਾਰਿਆਂ ਨੂੰ ਵਧੀਆ ਲੱਗਦਾ ਹੈ, ਪਸੰਦ ਆਉਂਦਾ। ਫਿਰ ਹੌਲੀ ਹੌਲੀ ਮੈਂ ਕਲਾਸੀਕਲ 'ਚ ਉਹਨੂੰ ਮੋਟੀਵੇਟ ਕੀਤਾ। ਇਹ ਮੇਰਾ ਤਰੀਕਾ ਹੈ ਸਿਖਾਉਣ ਦਾ। ਮੈਂ ਕੋਸ਼ਿਸ਼ ਕਰਨੀ ਹਾਂ ਹੌਲੀ ਹੌਲੀ, ਜਿੱਦਾਂ ਕਹਿੰਦੇ ਨਾ ਕਿ ਬੰਦੇ ਨੂੰ ਇੱਕ ਵਾਰੀ ਸਵਾਦ ਲਾ ਦਿਓ, ਅਤੇ ਮੇਰੀ ਆਦਤ ਹੈ ਕਿ ਬੰਦੇ ਨੂੰ ਇੱਕ ਵਾਰੀ ਸਵਾਦ ਲਾ ਦਿਓ। ਜੇ ਉਹਦੇ ਟੈਂਪਰਾਮੈਂਟ ਨੂੰ ਮੈਚ ਕਰੇਗਾ ਤਾਂ ਉਹ ਡੈਫੀਨੇਟਲੀ ਵਧੀਆ ਚੀਜ਼ ਚੁੱਕੇਗਾ। ਫਿਰ ਮੈਂ ਉਹਨੂੰ ਕਲਾਸੀਕਲ ਸਿਖਾਇਆ। ਦੈਨ ਐਂਡ ਨਾਓ ਆਫਟਰ ਸੋ ਮੈਨੀ ਈਅਰਸ ਬਹੁਤ ਸਾਰੇ ਕਲਾਸੀਕਲ ਡਾਂਸਰ ਇਸ ਜ਼ੋਨ ਦੇ ਹੈਗੇ ਜਿਸ ਤੋਂ ਵੱਧ ਨੌਲੇਜ ਉਹ ਰੱਖਦੀ ਹੈ, ਕਿਉਂਕਿ ਉਹਨੇ ਬਹੁਤ ਸਾਰੇ ਨੈਸ਼ਨਲ ਲੈਵਲ ਦੇ ਫਿਰ ਇਵੈਂਟਸ ਕੀਤੇ ਐਂਡ ਸ਼ੀ ਗੋਟ ਦ ਟਰੋਫੀਜ਼। ਨਾਓ ਹੇਅਰ ਦ ਟਾਈਮ ਕਮਸ ਜਿੱਥੇ ਆਪਾਂ ਕਹਾਂਗੇ ਕਿ ਪੇਰੈਂਟਸ ਰੋਲ ਪਲੇ ਕਰਦੇ ਆ। ਮੈਂ ਆਪੇ ਭਰਤਨਾਟਿਅਮ ਦਾ ਰਿਆਜ਼ ਕਰਦੀ ਹਾਂ, ਕੱਥਕ ਦਾ ਕਰਦੀ ਹਾਂ, ਹਿਪ ਹੌਪ ਕਰਦੀ ਹਾਂ, ਪਰ ਮੈਂ ਕਦੀ ਇੱਦਾਂ ਨਹੀਂ ਕਰਦੀ ਕਿ ਮੈਂ ਅੱਜ 1-2 ਘੰਟੇ ਕੱਥਕ ਦਾ ਰਿਆਜ਼ ਕੀਤਾ ਅਤੇ ਮੈਂ ਉਹਦੇ ਨਾਲ ਹੀ ਭੰਗੜਾ ਮਿਕਸ ਕਰਦਾ। 2 ਘੰਟੇ ਤੋਂ ਬਾਅਦ ਆਈ ਟੇਕ ਅ ਨੈਪ ਆਫ 5 or 10 minutes ਐਂਡ ਦੈਨ ਫਿਰ ਮੈਂ ਪੰਜਾਬੀ ਭੰਗੜਾ ਕਰਦੀ ਹਾਂ। ਅਤੇ ਜਦੋਂ ਮੈਂ ਭੰਗੜਾ ਕਰਦੀ ਹਾਂ, ਮੈਂ ਉਸ ਵੇਲੇ ਸਿਰਫ ਔਰ ਸਿਰਫ ਭੰਗੜਾ ਹੀ ਕਰਦੀ ਹਾਂ। ਉਹਦੇ ਵਿੱਚ ਮੈਂ ਕੱਥਕ ਦੇ ਸਟੈਪ ਘੁਸਾਉਣ ਦੀ ਕੋਸ਼ਿਸ਼ ਨਹੀਂ ਕਰਦੀ। ਅਤੇ ਜਦੋਂ ਮੈਂ ਏਰੀਅਲ ਕਰਦੀ ਹਾਂ ਜਾਂ ਮੇਰੇ ਸਟੂਡੈਂਟਸ ਏਰੀਅਲ ਕਰਦੇ ਨੇ, ਮੈਂ ਉਹਨਾਂ ਨੂੰ 1-1.5 ਘੰਟੇ ਡੇਲੀ 2-3 ਦਿਨ ਤੱਕ ਉਹਨਾਂ ਨੂੰ ਕਹਿੰਦੀ ਹਾਂ ਕਿ ਜਸਟ ਨਰਿਸ਼ ਯੋਰ ਬੋਡੀ, ਕਿ ਤੁਸੀਂ ਉਸ ਲੈਵਲ 'ਤੇ ਲੈ ਆਓ ਕਿ ਤੁਸੀਂ ਆਪਣਾ ਏਰੀਅਲ ਫੋਰਮ ਕਰ ਸਕੋ। ਜਾਂ ਕੰਟੈਂਪਰੇਰੀ ਕਰਨਾ ਚਾਹੁੰਦੇ ਹੋ ਤਾਂ ਕੰਟੈਂਪਰੇਰੀ ਦੀ ਐਕਸਰਸਾਈਜ਼ਸ ਵੱਖਰੀਆਂ, ਉਹਦਾ ਫਲੋ ਵੱਖਰਾ ਹੈ। ਕਲਾਸੀਕਲ ਇਜ਼ ਇਮੋਸ਼ਨਲ, ਫੋਕ ਇਜ਼ ਟੂ ਦਾ ਹਾਰਟ, ਦਿਲ ਤੋਂ ਨਿਕਲਦਾ ਹੈ। ਵੈਸਟਰਨ ਇਜ਼ ਟੈਕਨੀਕਲ, ਸਟਾਈਲਿਸ਼, ਕੂਲ ਪੈਟਰਨਸ। ਸੋ ਦੇਰ ਆਰ ਡਿਫਰੈਂਟ ਸ਼ੇਡਸ, ਬਹੁਤ ਵੱਖਰੇ ਕਲਰਸ ਨੇ। ਉਹਨਾਂ ਨੂੰ ਜਦੋਂ ਆਪਾਂ ਰਿਆਜ਼ ਕਰਦੇ ਹਾਂ ਸਾਨੂੰ ਸਮਝ ਆ ਜਾਂਦਾ ਕਿ ਓਕੇ ਇਹ ਆਪਣਾ ਇੱਕ ਜ਼ੋਨ ਹੈ, ਇਹਦਾ ਇੱਕ ਆਪਣਾ ਇੱਕ ਜ਼ੋਨ ਹੈ, ਉਹਨਾਂ ਨੂੰ ਮਿਕਸ ਨਹੀਂ ਕਰਨਾ। ਔਰ ਮੈਂ ਇਹ ਵੀ ਕਹਾਂਗੀ ਕਿ ਜਿਹੜੇ ਲੋਕ ਵੈਸਟਰਨ ਕਰਦੇ ਆ ਜਾਂ ਕਲਾਸੀਕਲ ਕਰਦੇ ਆ, ਫੋਕ ਕਰਦੇ ਆ, ਉਹ ਇਸ ਚੀਜ਼ ਨੂੰ ਰਿਸਪੈਕਟ ਕਰਨ ਕਿ ਜਿਹੜਾ ਦੂਸਰਾ ਆਰਟ ਫਾਰਮ ਹੈ ਉਹ ਵੀ ਵਧੀਆ ਹੈ, ਬਸ਼ਰਤੇ ਤੁਹਾਨੂੰ ਰਿਆਜ਼ ਕਰਨਾ ਪਏਗਾ। ਤੁਸੀਂ ਬਸ ਉੱਪਰੀ ਕਰਨ ਤੋਂ ਬਾਅਦ ਇਹ ਨਹੀਂ ਕਹਿ ਸਕਦੇ ਅਰੇ ਇਹ ਵੈਸਟਰਨ ਕਰ ਰਹੇ ਹੋ, ਡੈਪਥ ਤੱਕ ਕਰੋ। ਜਿਹੜੀ ਚੀਜ਼ ਹੈ ਪਰਫੈਕਸ਼ਨ ਤੱਕ ਕਰੋ, ਮਤਲਬ 1000 ਵਾਰ 2000 ਵਾਰ ਤੁਹਾਡੀ ਬੋਡੀ ਬੋਲੇ। ਜਿਵੇਂ ਕਾਸ਼ੀ ਨੂੰ ਕਿਹਾ ਜਾਂਦਾ ਹੈ ਧਾਰਮਿਕ ਰਾਜਧਾਨੀ, ਕਾਸ਼ੀ ਧਾਰਮਿਕ ਰਾਜਧਾਨੀ ਦੇ ਨਾਲ ਇੱਕ ਕਲਾ ਦਾ ਕੇਂਦਰ ਵੀ ਹੈ। ਅਤੇ ਮੈਂ ਤੁਹਾਡੇ ਬਾਰੇ ਸਟੱਡੀ ਜਿਹੜੀ ਕੀਤੀ ਹੈ, ਮੇਰੇ ਅਕੋਰਡਿੰਗ ਤੁਸੀਂ 3 ਵਾਰੀ ਜਾ ਕੇ ਉੱਥੇ ਪਰਫੋਰਮ ਕੀਤਾ ਹੈ। ਸੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਦੇ ਬਾਰੇ ਵੀ ਸਾਨੂੰ ਕੁਛ ਦੱਸੋ, ਅਤੇ ਨਾਲ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਇਹਦੇ ਇਲਾਵਾ ਕਿਹੜੀ ਜਗ੍ਹਾ 'ਤੇ ਕਿਹੜੀ ਪੋਪੂਲਰ ਜਗ੍ਹਾ 'ਤੇ ਜਾ ਕੇ ਆਪਣਾ ਪਰਫੋਰਮੈਂਸ ਦਿੱਤਾ ਹੈ। ਕਾਸ਼ੀ ਵਿਸ਼ਵਨਾਥ ਜਿੱਦਾਂ ਹਿੰਦੂ ਰਿਲੀਜਨ 'ਚ ਬਹੁਤ ਇੰਪੋਰਟੈਂਸ ਰੱਖਦਾ ਹੈ। ਨਾ ਕੇਵਲ ਉੱਥੇ ਲੋਕ ਮੈਡੀਟੇਸ਼ਨ ਕਰਨ ਜਾਂਦੇ ਹੈ ਜਾਂ ਮੈਂ ਕਹਾਂਗੀ ਕਿ ਮੋਕਸ਼ ਪ੍ਰਾਪਤੀ ਵਾਸਤੇ ਜਾਂਦੇ ਆ। ਉੱਥੇ ਤੁਲਸੀਦਾਸ ਜੀ ਨੇ ਹਨੂੰਮਾਨ ਚਾਲੀਸਾ ਲਿਖੀ। ਹਨੂੰਮਾਨ ਜੀ ਬਾਰੇ ਜਿਹੜੇ ਵੱਡੇ ਗ੍ਰੰਥ ਲਿਖੇ ਗਏ ਆ ਉਹ ਤੁਲਸੀਦਾਸ ਜੀ ਨੇ ਉੱਥੇ ਲਿਖੇ। ਬਹੁਤ ਸਾਰੇ ਸਕੋਲਰਸ ਨੇ ਆਪਣਾ ਜੋ ਰਿਟਨ ਵਰਕ ਹੈ ਉਹ ਉੱਥੇ ਜਾ ਕੇ ਕੀਤਾ। ਬਹੁਤ ਸਾਰੇ ਡਾਂਸਰਸ ਉੱਥੇ ਜਾਂਦੇ ਆ ਪਰਫੋਰਮੈਂਸ ਵਾਸਤੇ, ਅਤੇ ਮੈਨੂੰ ਪਰਮਾਤਮਾ ਦੇ ਆਸ਼ੀਰਵਾਦ ਵੱਲੋਂ ਉੱਥੇ ਜਾਣ ਦਾ ਮੌਕਾ ਮਿਲਿਆ। ਮੈਂ ਬਹੁਤ ਖੁਸ਼ਨਸੀਬ ਮੰਨਦੀ ਹਾਂ ਆਪਣੇ ਆਪ ਨੂੰ। ਐਕਚੁਅਲੀ
ਕਿਸੇ ਕਿਸੇ ਜਗ੍ਹਾ ਤੇ ਨਾ ਇੱਕ ਸਪਿਰਿਚੁਅਲ ਪਾਵਰ ਬਹੁਤ ਸਟਰੋਂਗਸ ਹੁੰਦੇ ਨੇ, ਤੁਸੀਂ ਉਹਨੂੰ ਸਪਿਰਿਚੁਅਲ ਕਹਿ ਲਓ, ਸਾਇੰਟੀਫਿਕਲੀ ਤੁਸੀਂ ਉਹਨੂੰ ਪੋਜ਼ਿਟਿਵ ਐਨਰਜੀਜ਼ ਕਹਿ ਲਓ, ਇੱਕ ਔਰਾ ਹੁੰਦਾ ਹੈ। ਤੇ ਹਿੰਦੁਸਤਾਨ ਦੇ ਸਿਰਫ 4-5 ਸਟੇਟਾਂ ਨੂੰ ਛੱਡ ਕੇ ਮੈਂ ਆਲਮੋਸਟ ਸਾਰੀਆਂ ਸਟੇਟਾਂ 'ਚ ਗਈ ਹਾਂ। ਸਾਰੀ ਸਟੇਟਾਂ 'ਚ ਮੈਂ ਪਰਫਾਰਮੈਂਸ ਦਿੱਤੀ ਹੈ ਆਪਣੀ, ਕਲਾਸੀਕਲ ਪਰਫਾਰਮ ਕੀਤਾ ਹੈ, ਭਰਤਨਾਟਿਅਮ, ਜਾਂ ਫਿਰ ਮੈਂ ਆਪਣਾ ਪੰਜਾਬੀ ਫੋਕ ਉੱਥੇ ਲੈ ਕੇ ਗਈ ਹਾਂ। ਅਤੇ ਉੱਥੇ ਜਾ ਕੇ ਇੱਕ ਰੂਹ, ਜਿਹਨੂੰ ਕਹਿੰਦੇ ਨੇ ਰੂਹ ਖੁਸ਼ ਹੋ ਜਾਂਦੀ ਹੈ, ਇੱਦਾਂ ਦਾ ਅਹਿਸਾਸ ਮੈਨੂੰ ਹੋਇਆ। ਦਲਾਈ ਲਾਮਾ ਜੀ ਨੇ ਆਪਣੇ ਫੰਕਸ਼ਨ 'ਤੇ ਮੈਨੂੰ ਇਨਵਾਈਟ ਕੀਤਾ ਸੀਗਾ, ਉਹਨਾਂ ਕੋਲ ਜਾ ਕੇ ਵੀ ਇੱਕ ਸਪਿਰਿਚੁਅਲ ਫੀਲਿੰਗ ਆਉਂਦੀ ਹੈ, ਕਿਉਂਕਿ ਵੈਸਟਰਨ ਡਾਂਸ ਜਿਹੜਾ ਹੈਗਾ ਉਹ ਦੈਟ ਇਜ਼ ਫॉर ਐਂਟਰਟੇਨਮੈਂਟ, ਮਜ਼ੇ ਵਾਸਤੇ ਕੀਤਾ ਜਾਂਦਾ ਹੈ, ਪਰੰਤੂ ਜਿਹੜਾ ਕਲਾਸੀਕਲ ਡਾਂਸ ਹੈ ਉਹ ਡਿਵੋਸ਼ਨਲ ਹੈਗਾ। ਉਹ ਜਿਹੜਾ ਕਹਿੰਦੇ ਨਾ ਇਸ਼ਕ ਹਕੀਕੀ ਅਤੇ ਇਸ਼ਕ ਮਿਜ਼ਾਜੀ, ਵੱਖਰਾ ਹੀ ਆਨੰਦ ਹੁੰਦਾ ਹੈ ਦੋਨਾਂ ਦਾ। ਅਤੇ ਕਲਾਸੀਕਲ ਕਰਕੇ ਜਿਹੜਾ ਹੈ ਉਹ ਉੱਪਰ ਵਾਲੇ ਨਾਲ ਰੂਹ ਜੁੜ ਜਾਂਦੀ ਹੈ, ਅਤੇ ਜਦੋਂ ਮੈਂ ਫੋਕ ਕਰਨੀ ਆ ਅਤੇ ਜ਼ਮੀਨੀ ਜਿਹੜੇ ਸਾਡੇ ਅਹਿਸਾਸ ਹੈ ਉਹਨਾਂ ਨਾਲ ਜੁੜ ਜਾਂਦੀ ਹੈ। ਮਾਧਵ ਰਾਓ ਸਿੰਧੀਆ ਜੀ ਨੇ ਵੀ ਸਾਨੂੰ ਇੱਕ ਵਾਰੀ ਬੁਲਾਇਆ ਸੀਗਾ ਆਪਣੇ ਫੰਕਸ਼ਨ 'ਚ, ਉਹ ਇੱਕ ਹੋਸਟ ਕਰਦੇ ਹੈ ਗਵਾਲੀਅਰ 'ਚ, ਰਾਜਾ ਮਾਨ ਸਿੰਘ ਤੋਮਰ ਯੂਨੀਵਰਸਿਟੀ ਵੱਲੋਂ। ਉੱਥੇ ਵੀ ਅਸੀਂ ਪਰਫੋਰਮ ਕੀਤਾ ਜਾ ਕੇ ਪੂਰੀ ਟੀਮ ਨਾਲ। ਅਤੇ ਇਹੋ ਜਿਹੀ ਬਹੁਤ ਸਾਰੀ ਸਟੇਟਾਂ ਨੇ ਜਿੱਥਾਂ ਆਪਾਂ ਜਾ ਰਹੇ ਹਾਂ, ਹਾਲੇ ਵੀ ਜਾ ਰਹੇ ਹਾਂ। ਇਸ ਸਾਲ ਵੀ ਇਨਵੀਟੇਸ਼ਨ ਸੀਗੇ, ਬਟ ਬਿਕੋਜ਼ ਆਫ ਕੁਆਰੰਟਾਈਨ ਐਵਰੀਥਿੰਗ ਹੈਜ਼ ਬੀਨ ਲੌਕਡ। ਸੋ ਤੁਸੀਂ ਕੀ ਫਿਊਚਰ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਕਲਾਸੀਕਲ ਡਾਂਸ ਕਿਸ ਉਚਾਈ ਤੱਕ, ਆਲਰੇਡੀ ਉਚਾਈ ਤੱਕ ਪੁੱਜਿਆ ਹੋਇਆ, ਬਟ ਨਾਰਥ ਇੰਡੀਆ ਵਿੱਚ ਕਿਸ ਹੱਦ ਤੱਕ ਉਚਾਈ ਤੱਕ ਪੁੱਜੇਗਾ? ਕਲਾਸੀਕਲ ਡਾਂਸ ਦੀ ਕਿੰਨੀ ਉਚਾਈ ਹੋਏਗੀ ਇਹਨੂੰ ਤਾਂ ਮੈਂ ਕੁਝ ਖਾਸ ਨਹੀਂ ਕਹਿ ਸਕਦੀ, ਪਰ ਇਹ ਕਹਿ ਸਕਦੀ ਹਾਂ ਕਿ ਜਿੱਦਾਂ ਇੱਕ ਪੇੜ ਵੱਧਦਾ ਹੈ ਅਤੇ ਉਹਦੇ ਵਿੱਚ ਉਹਦੀ ਰੂਟਸ ਦਾ ਹੱਥ ਹੁੰਦਾ ਹੈ, ਜਿੰਨੀ ਨੀਵੀਂ ਸਤਹ ਤੱਕ ਰੂਟਸ ਜਾਂਦੀਆਂ ਨੇ ਉਨੇ ਉੱਪਰ ਤੱਕ ਪੇੜ ਆਉਂਦਾ ਹੈ। ਵੈਸਟਰਨ ਫੋਰਮਸ ਜਿਹੜੇ ਹੈਗੇ ਆ ਉਹ ਕੁਝ 70-80 ਸਾਲ ਪੁਰਾਣੇ ਆ, ਕਲਾਸੀਕਲ 2000-4000 ਸਾਲ ਤੋਂ ਪੁਰਾਣੇ ਹੈ, ਸਾਡੇ ਵੇਦ 5000 ਸਾਲ ਪੁਰਾਣੇ ਹੈ, ਅਤੇ ਜਿਹੜਾ ਲਿਟਰੇਚਰ ਹੈਗਾ ਸਾਡੇ ਡਾਂਸ ਦਾ ਉਹ ਰਿਗਵੇਦ 'ਚੋਂ ਲਿੱਤਾ ਗਿਆ। ਸੰਗੀਤ ਜਾਂ ਕਹੀਏ ਗੀਤ ਸਾਮਵੇਦ 'ਚੋਂ ਲਿੱਤੇ ਗਏ, ਅਥਰਵੇਦ 'ਚੋਂ ਅਭਿਨੈ ਲਿੱਤਾ ਗਿਆ, ਯਜੁਰਵੇਦ 'ਚੋਂ ਰਸ ਲਿੱਤਾ ਗਿਆ। ਅਤੇ ਇਹ ਸਾਰੀ ਚੀਜ਼ਾਂ ਜਦੋਂ ਇੰਨੀਆਂ ਪੁਰਾਣੀਆਂ ਚਲੀਆਂ ਆ ਰਹੀਆਂ ਸਾਡੇ ਨਾਲ, ਅਤੇ ਉਹ ਕਦੀ ਵੱਖ ਹੋ ਹੀ ਨਹੀਂ ਸਕਦੀਆਂ, ਉਹ ਅੱਗੇ ਨੂੰ ਹੀ ਵਧਣਗੀਆਂ, ਭਾਵੇਂ ਲੋਕ ਇਹਨੂੰ ਗਹਿਰਾਈ ਤੱਕ ਸਮਝਣ ਅਤੇ ਭਾਵੇਂ ਨਾ ਸਮਝਣ, ਪਰ ਫਿਰ ਵੀ ਜਿਹੜੇ ਕਲਾਕਾਰ ਹੈਗੇ ਆ ਉਹਨਾਂ ਨੇ ਇਹ ਫੋਰਮ ਨੂੰ ਅੱਗੇ ਵਧਾਉਣਾ ਹੀ ਹੈ, ਕਰਨਾ ਹੀ ਹੈ। ਪਰ ਮੈਂ ਚਾਹਾਂਗੀ ਫਿਰ ਵੀ ਪੇਰੈਂਟਸ ਨੂੰ ਕਹਿਣਾ ਕਿ ਇਹ ਆਪਣੇ ਬੱਚਿਆਂ ਨੂੰ ਸਿਖਾਓ ਕਿ ਇਹ ਬਹੁਤ ਡਿਵੋਸ਼ਨਲ ਹੈਗਾ ਹੈ, ਇਹ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ, ਕਰਨਾ ਚਾਹੀਦਾ ਹੈ। ਔਰ ਆਉਣ ਵਾਲੇ ਸਮੇਂ 'ਚ ਮੇਰੀ ਕੁਝ ਬੁੱਕਸ ਆ ਰਹੀਆਂ ਨੇ ਇਹਦੇ ਉੱਤੇ, ਤੁਹਾਨੂੰ ਜਲਦੀ ਪੜ੍ਹਨ ਨੂੰ ਮਿਲੇਗਾ। ਕਹਿੰਦੇ ਨਾ ਕਿ ਇੱਕ ਕੋਸ਼ਿਸ਼ ਕਰਨਾ ਸਾਡਾ ਫਰਜ਼ ਬਣਦਾ ਹੈ, ਅਤੇ ਮੇਰੀ ਕੋਸ਼ਿਸ਼ ਹੈ ਕਿ ਮੀਡੀਆ ਦੇ ਥਰੂ, ਬੁੱਕਸ ਦੇ ਥਰੂ, ਆਰਟੀਕਲਸ ਦੇ ਥਰੂ, ਪਰਫੋਰਮੈਂਸਿਸ ਦੇ ਥਰੂ, ਫ੍ਰੀ ਵਰਕਸ਼ਾਪਸ ਮੈਂ ਲਗਾ ਰਹੀ ਹਾਂ ਕਲਾਸੀਕਲ ਦੇ ਉੱਤੇ, ਫੋਕ ਦੇ ਉੱਤੇ। ਅਸੀਂ ਸਪੋਂਸਰ ਵੀ ਕਰਦੇ ਹਾਂ ਸਟੂਡੈਂਟਸ ਨੂੰ ਥਰਡ ਆਈ ਕਲਚਰਲ ਸਕੂਲ ਦੇ ਵੱਲੋਂ, ਅਤੇ ਲੋਕ ਆਉਣ, ਅਪਰੋਚ ਕਰਨ, ਅਸੀਂ ਅੱਗੇ ਕੰਮ ਕਰਾਂਗੇ। ਤੁਸੀਂ ਟੀਵੀ ਰਾਹੀਂ ਤੁਸੀਂ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੁਨੀਆ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੇਰੀ ਇੱਕ ਸੀਰੀਜ਼ ਆਉਣ ਵਾਲੀ ਹੈ ਜਲਦੀ, ਮੇਰੇ ਮਨ ਦੇ ਵਿਚਾਰਾਂ ਉੱਤੇ ਅਤੇ ਡਾਂਸ ਨੂੰ ਲੈ ਕਰ। ਉਹਦੇ 'ਚ ਮੈਂ ਇੱਕ ਲਾਈਨ ਕਹੀ ਹੈ ਕਿ ਰੀਸੈਂਟਲੀ ਕਾਫੀ ਖਬਰਾਂ 'ਚ ਰਿਹਾ ਸੀਗਾ ਇੱਕ ਕਲਾਕਾਰ ਜਿਹਨੇ ਆਤਮ ਹੱਤਿਆ ਕਰ ਲਈ। ਮੈਂ ਕਹਿਣਾ ਚਾਹਾਂਗੀ ਜਦੋਂ ਬੱਚਾ ਵੱਡਾ ਹੁੰਦਾ ਹੈ ਨਾ, ਅਸੀਂ ਉਹਨੂੰ ਖਿਡੌਣੇ ਦਿੰਦੇ ਹਾਂ, ਉਹਦੇ ਮਨਪਸੰਦ ਦੀ ਚੀਜ਼ਾਂ ਦਿੰਦੇ ਹਾਂ, ਪਰ ਮੇਰੇ ਪੇਰੈਂਟਸ ਨੇ ਜੋ ਦਿੱਤਾ ਮੈਨੂੰ, ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਆਪਣੇ ਬੱਚੇ ਨੂੰ ਉਹੀ ਚੀਜ਼ ਦਿਓ ਜੇ ਤੁਸੀਂ ਉਹਦਾ ਫਿਊਚਰ ਕਿਤੇ ਵਧੀਆ ਜਗ੍ਹਾ 'ਤੇ ਦੇਖਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਉਹਨੂੰ ਇੱਕ ਆਰਟ ਗਿਫਟ ਕਰੋ, ਇੱਕ ਆਰਟ, ਐਨੀ ਆਰਟ ਦੈਟ ਕੈਨ ਬੀ ਪੇਂਟਿੰਗ, ਡਰਾਇੰਗ, ਸਿੰਗਿੰਗ, ਐਨੀਥਿੰਗ। ਵਿਜ਼ੂਅਲ ਆਰਟਸ 'ਚ ਬਹੁਤ ਸਾਰੀ ਵੇਰੀਏਸ਼ਨਸ ਨੇ, ਪਰਫੋਰਮਿੰਗ ਆਰਟਸ 'ਚ ਵੀ ਬਹੁਤ ਸਾਰੀ ਵੇਰੀਏਸ਼ਨਸ ਨੇ। ਉਹਨਾਂ ਨੂੰ ਇੱਕ ਆਰਟ ਗਿਫਟ ਕਰੋ, ਕਿਉਂਕਿ ਸਭ ਕੁਝ ਚਲਾ ਜਾਏਗਾ। ਇੱਕ ਆਰਟ ਇਹੋ ਜਿਹੀ ਚੀਜ਼ ਹੈ ਜਿਹੜੀ ਕਦੀ ਵੀ ਤੁਹਾਡੇ ਤੋਂ ਅਲੱਗ ਨਹੀਂ ਹੋਏਗੀ। ਡਿਪਰੈਸ਼ਨ ਇਹ ਬਹੁਤ ਦੂਰ ਦੀ ਗੱਲਾਂ ਨੇ ਸਾਡੇ ਵਾਸਤੇ, ਅਸੀਂ ਤਾਂ ਦੂਜੇ ਨੂੰ, ਮੁਰਦੇ ਨੂੰ ਜਿੰਦਾ ਕਰ ਦਈਏ, ਹੈ ਨਾ। ਅਤੇ ਦਿਸ ਇਜ਼ ਆਰਟ। ਐਂਡ ਦੂਸਰੀ ਜਿਹੜੀ ਚੀਜ਼ ਹੈ ਉਹਨੂੰ ਬੁੱਕਸ ਦਿਓ। ਦੈਟਸ ਵਾਈ ਆਈ ਐਮ ਵਰਕਿੰਗ ਫॉर ਬੋਥ ਦ ਫੀਲਡਸ, ਆਰਟਸ
ਐਂਡ ਬੁੱਕਸ। ਕਿਤਾਬ ਕਹਿੰਦੇ ਨਾ ਸਭ ਤੋਂ ਵਧੀਆ ਦੋਸਤ ਕੌਣ ਹੁੰਦਾ ਹੈ? ਕਿਤਾਬਾਂ ਹੁੰਦੀਆਂ ਨੇ। ਤੇ ਕਿਤਾਬਾਂ ਤੋਂ ਵਧੀਆ ਕਿਤਾਬਾਂ ਤੋਂ ਹਰ ਸਾਲ ਜਨਮ ਦਿਨ 'ਤੇ ਇੱਕ ਕਿਤਾਬ ਐਟਲੀਸਟ ਗਿਫਟ ਕਰੋ ਆਪਣੇ ਬੱਚੇ ਨੂੰ। ਹੌਲੀ ਹੌਲੀ ਕਦੀ ਤਾਂ ਇੱਕ ਦਿਨ ਆਏਗਾ ਕਿ ਉਹ ਪੜ੍ਹੇਗਾ ਕਿਤਾਬ ਨੂੰ, ਕਦੀ ਖੋਲ੍ਹ ਕੇ ਦੇਖੇਗਾ, ਨਹੀਂ ਤਾਂ ਤੁਹਾਡੇ ਜਾਨ ਮਗਰੋਂ ਰੋ ਰੋ ਕੇ ਹੀ ਦੇਖੇਗਾ ਸਹੀ, ਬਟ ਕਿਤਾਬਾਂ ਜ਼ਰੂਰ ਦੇਖੇਗਾ। ਅਤੇ ਜਿਹੜੀ ਚੀਜ਼ ਕਿਤਾਬ 'ਚ ਲਿਖ ਦਿੱਤੀ ਗਈ ਹੈ ਉਹ ਤੁਹਾਡੇ ਨਾਲ ਹਮੇਸ਼ਾ ਰਹੇਗੀ। ਤੁਸੀਂ ਉਹਨੂੰ ਕਦੇ ਵੀ ਪੜ੍ਹ ਸਕਦੇ ਹੋ, ਕਦੀ ਸਮਝ ਸਕਦੇ ਹੋ, ਐਂਡ ਹਮੇਸ਼ਾ ਤੁਹਾਡੇ ਕੰਮ ਆਏਗੀ। ਆਈ ਰੀਡ ਅ ਲੋਟ। ਮੈਂ ਦਿਨ 'ਚ ਕੋਸ਼ਿਸ਼ ਕਰਨੀ ਹੈ ਕਿ ਮੈਂ ਅਲੱਗ-ਅਲੱਗ 5-6 ਵੇਰੀਏਸ਼ਨਸ ਦੀ ਥੋੜ੍ਹੀ ਨੌਲੇਜ ਗੇਨ ਕਰਦੀ ਰਹਾਂ। ਇੱਕ ਕਿਤਾਬ ਮੈਂ ਹਮੇਸ਼ਾ ਆਪਣੇ ਬੈੱਡ ਲਾਗੇ ਰੱਖਣੀ ਆ, ਆਪਣੇ ਬੈਗ 'ਚ ਮੈਂ ਹਮੇਸ਼ਾ ਇੱਕ ਕਿਤਾਬ ਕੈਰੀ ਕਰਨੀ ਆ, ਜਾਂ ਫੋਨ 'ਚ ਤੁਸੀਂ ਐਪ ਰੱਖ ਸਕਦੇ ਹੋ ਇੱਕ ਆਪਣਾ ਬੁੱਕਸ ਦਾ, ਐਂਟਰਟੇਨਮੈਂਟ ਦਾ ਨਹੀਂ, ਬੁੱਕਸ ਦਾ। ਯੂਜੂਅਲੀ ਆਪਾਂ ਮਿਸਯੂਜ਼ ਕਰਦੇ ਹਾਂ ਫੋਨਸ ਨੂੰ, ਉਹ ਨਹੀਂ। ਤੁਸੀਂ ਵਧੀਆ ਜਿਹੀ ਇੱਕ ਬੁੱਕ ਰੱਖੋ ਆਪਣੇ ਫੋਨ 'ਚ, ਉਹਨੂੰ ਪੜ੍ਹੋ। ਅਤੇ ਮੇਰਾ ਇਹੀ ਮੈਸੇਜ ਹੈ ਕਿ ਬਸ ਇਹ 2 ਚੀਜ਼ਾਂ 'ਤੇ ਫੋਕਸ ਕਰੋ। ਸਿੱਖੋ ਜਿੰਨਾ ਸਿੱਖ ਸਕਦੇ ਹੋ, ਜਿੰਨਾ ਸ਼ੇਅਰ ਕਰ ਸਕਦੇ ਹੋ, ਐਂਡ ਐਵਰੀਬਡੀ ਇਜ਼ ਮੋਸਟ ਵੈਲਕਮ। ਮੇਰੇ ਕੋਲ ਕਦੀ ਵੀ ਡਾਂਸ ਸਿੱਖਣ ਆ ਸਕਦੇ। ਤੁਹਾਡੇ ਨਾਲ ਗੱਲਬਾਤ ਕਰਨ ਦਾ ਮੈਨੂੰ ਬਹੁਤ ਮਜ਼ਾ ਆਇਆ। ਮੈਂ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹਾਂਗੀ ਫਿਰ ਤੋਂ ਇੱਕ ਵਾਰ KRT TV ਦਾ, ਅਤੇ ਮੈਡਮ ਚੰਨਪ੍ਰੀਤ ਕੌਰ ਦਾ, ਜਿਨ੍ਹਾਂ ਨੇ ਇੰਨੇ ਵਧੀਆ ਕੁਐਸਚਨਸ ਮੇਰੇ ਵਾਸਤੇ ਰੱਖੇ ਸੀਗੇ। ਵਧੀਆ ਲੱਗਦਾ ਜਦੋਂ ਕੋਈ ਦਿਲ ਨਾਲੋਂ ਪੁੱਛਦਾ ਹੈ, ਅਤੇ ਫਿਰ ਦਿਲ ਨਾਲ ਜਵਾਬ ਦੇਣ ਦਾ ਵੀ ਬਹੁਤ ਮਜ਼ਾ ਆਉਂਦਾ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ ਮੈਮ। ਮੈਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਨ ਦਾ। ਅਸੀਂ ਹੋਰ ਇਸ ਤੋਂ ਬਾਅਦ ਅਸੀਂ ਤੁਹਾਨੂੰ ਹਰ ਵਾਰੀ ਰੂਬਰੂ ਕਿਸੇ ਨਾ ਕਿਸੇ ਪੰਜਾਬ ਦੇ ਮਹਾਨ ਅਤੇ ਦੱਬੇ ਹੋਏ ਕਲਾਕਾਰਾਂ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ। ਵੇਖਦੇ ਰਹੋ KRT ਨਿਊਜ਼।